जगबानी ਦੇ ਐਂਟਰਟੇਨਮੈਂਟ ਡੋਜ਼ ਵਿੱਚ ਅੱਜ ਦੀ ਸਭ ਤੋਂ ਪਹਿਲੀ ਖਬਰ ਜੁੜੀ ਹੈ ਅਦਾਕਾਰ ਦੀਪ ਸਿੱਧੂ ਦੇ ਨਾਲ। ਜੀ ਹਾਂ, ਹਾਲ ਹੀ ਦੇ ਵਿੱਚ ਦੀਪ ਸਿੱਧੂ ਨੇ ਆਪਣੇ ਫੇਸਬੁੱਕ ਅਕਾਊਂਟ ਤੋਂ ਲਾਈਵ ਹੋ ਕੇ ਬੀਤੇ ਦਿਨੀ ਐਮਪੀ ਰਵਨੀਤ ਸਿੰਘ ਬਿੱਟੂ ਵੱਲੋਂ ਦਿੱਤੇ ਬਿਆਨਾਂ ਉੱਤੇ ਆਪਣੀ ਰਾਏ ਰੱਖੀ ਹੈ ਤੇ ਨਾਲ ਹੀ ਨਾਲ ਉਹਨਾਂ ਨੇ ਪੰਜਾਬ ਵਿੱਚ ਮਾਈਨੋਰਿਟੀਜ਼ ਨੂੰ ਲੈ ਕੇ ਕੀ ਕਿਹਾ ਹੈ, ਆਓ ਤੁਹਾਨੂੰ ਦਿਖਾਉਂਦੇ ਹਾਂ ਸਪੈਸ਼ਲ ਰਿਪੋਰਟ ਦੇ ਵਿੱਚ। ਨੈਸ਼ਨਲ ਜਾਂ ਇਸੇ ਨਜ਼ਰੀਏ ਤੋਂ, ਇਸੇ ਸੋਚ ਤੋਂ, ਇਸੇ ਵਿਚਾਰਧਾਰਾ ਤੋਂ ਦੇਖਿਆ ਜਾਂਦਾ ਤੇ ਇਸ ਕਰਕੇ ਅਸੀਂ ਇਸ ਗੱਲ ਦੀ ਤਹਿ ਤੱਕ ਨਹੀਂ ਪਹੁੰਚ ਪਾਉਂਦੇ। ਇਸ ਗੱਲ ਦੀ ਪੜਚੋਲ ਹੋਣੀ, ਇਹਨੂੰ ਐਨਾਲਾਈਜ਼ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ। ਦੇਖੋ, ਤੁਸੀਂ ਦੇਸ਼ ਦੇ ਹਿੱਤ 'ਚ ਜਾਂ ਦੇਸ਼ ਨੂੰ ਅੱਗੇ ਰੱਖ ਕੇ ਮਾਈਨੋਰਿਟੀਜ਼ ਆ ਨਾ, ਜਿਹੜੀਆਂ ਇਸ ਦੇਸ਼ 'ਚ ਮਾਈਨੋਰਿਟੀਜ਼ ਆ, ਉਹਨਾਂ ਨੂੰ ਇਨਸਿਕਿਉਰ ਨਹੀਂ ਫੀਲ ਕਰਾ ਸਕਦੇ। ਉਹ ਚਾਹੇ ਮਾਇਓਜ਼ ਹੋਣ, ਮਾਇਓਵਾਦ, ਉੱਥੇ ਵਾਇਲੈਂਸ ਹੋਈ ਜਾਂਦੀ ਆ। ਇੱਕ ਪਾਸੇ ਝਾਰਖੰਡ ਬਿਹਾਰ ਵਾਲੇ ਪਾਸੇ ਨੈਕਸਲਾਈਟ ਮੂਵਮੈਂਟ ਚੱਲੀ ਜਾਂਦੀ ਆ, ਉੱਥੇ ਵਾਇਲੈਂਸ ਹੋਈ ਜਾਂਦੀ ਆ। ਇੱਕ ਪਾਸੇ ਪੰਜਾਬ 'ਚ ਇੱਕ ਬਹੁਤ ਵੱਡੀ ਜਨਸੰਖਿਆ ਜਾਂ ਇੱਕ ਬਹੁਤ ਵੱਡਾ ਵਰਗ ਆ ਜਿਨ੍ਹਾਂ ਨੂੰ ਇਹ ਲੱਗਦਾ ਵੀ ਸਾਡੇ ਨਾਲ ਧੱਕਾ ਕੀਤਾ ਜਾਂਦਾ ਜਾਂ ਸਾਡੇ ਨਾਲ ਬੇਇਨਸਾਫੀ ਹੁੰਦੀ ਆ। ਹੁਣ ਜਿਹੜੇ ਹਾਲਾਤ ਜਾਂ ਕੋਈ ਸਮੱਸਿਆ ਪੈਦਾ ਹੁੰਦੀ ਆ ਨਾ, ਉਹ ਕਿਸੇ ਹਾਲਾਤ ਦੇ ਚੱਲਦੇ ਕੋਈ ਸਮੱਸਿਆ ਪੈਦਾ ਹੁੰਦੀ ਆ ਤੇ ਉਹ ਹਾਲਾਤ ਜਦੋਂ ਬਣਦੇ ਆ, ਉਹਦੇ 'ਚ ਮੇਨਲੀ ਕਿਸੇ ਨਾ ਕਿਸੇ ਢੰਗ 'ਚ ਬੇਇਨਸਾਫੀ ਕੀਤੀ ਜਾਂਦੀ ਆ ਉਸ ਮਾਈਨੋਰਿਟੀ ਨਾਲ, ਉਸ ਵਰਗ ਨਾਲ। ਤੇ ਉਸ ਬੇਇਨਸਾਫੀ ਨੂੰ ਡੈਫੀਨੇਟਲੀ, ਜੇ ਬੇਇਨਸਾਫੀ ਹੋਊਗੀ ਤਾਂ ਉੱਥੇ ਤਣਾਅ ਵੀ ਪੈਦਾ ਹੋਊਗਾ ਤੇ ਟਕਰਾਅ ਵੀ ਪੈਦਾ ਹੋਊਗਾ। ਹੁਣ ਉਸ ਟਕਰਾਅ ਨੂੰ ਜਾਂ ਉਸ ਤਣਾਅ ਨੂੰ ਦਬਾਉਣ ਵਾਸਤੇ, ਉਹਨੂੰ ਜਮਾਂ ਹੀ ਦੱਬਣ ਵਾਸਤੇ ਜਿਹੜੀ ਗੱਲ ਵਰਤੀ ਗਈ ਆ, ਹਮੇਸ਼ਾ ਤੋਂ ਵਰਤੀ ਗਈ ਆ, ਸਾਡੇ ਪੋਲੀਟੀਕਲ ਲੀਡਰਸ ਇਸੇ ਗੱਲ ਤੇ ਅੱਗੇ ਆ ਕੇ ਗੱਲਾਂ ਕਰਦੇ ਆ ਵੀ ਇਹ ਦੇਸ਼ ਧਰੋਹੀ ਗੱਲ ਹੋ ਗਈ ਜੀ। ਦੇਖੋ, ਦੇਸ਼ ਨੇ ਟੁੱਟ ਜਾਣਾ, ਹੁਣ ਤਾਂ ਪਹਿਲਾਂ ਵਰਗੇ ਹਾਲਾਤ ਬਣ ਜਾਣਗੇ, ਕੋਈ ਹਥਿਆਰ ਮਿਲ ਗਿਆ, ਦੇਖੋ ਫਿਰ ਉਹੀ ਗੱਲ ਚੱਲ ਰਹੀ ਆ, ISI ਆ ਗਈ, ਹਥਿਆਰ ਸਪਲਾਈ ਕਰ ਰਹੀ ਆ। ਆਈ ਥਿੰਕ ਲੈਟਸ ਮੂਵ ਅਵੇ ਫਰੋਮ ਦਿਸ ਡਿਸਕਲੋਜ਼ਰ, ਲੈਟਸ ਅੰਡਰਸਟੈਂਡ ਦ ਸਿਚੁਏਸ਼ਨ। ਬਿਕੋਜ਼ ਤੁਸੀਂ ਕਿੰਨੇ ਕੁ ਪਰਚੇ ਕਰਾ ਲਓਗੇ, ਤੁਸੀਂ ਕਿੰਨਿਆਂ ਕੁ ਨੂੰ ਦਬਾ ਲਓਗੇ, ਇਹ ਗੱਲ ਨਹੀਂ ਖਤਮ ਹੋਣੀ ਜਦੋਂ ਤੱਕ ਤੁਸੀਂ ਇਹਨੂੰ ਐਨਾਲਾਈਜ਼ ਨਹੀਂ ਕਰਦੇ, ਜਦੋਂ ਤੱਕ ਤੁਸੀਂ ਇੱਕ ਵੱਖਰੀ ਸੋਚ ਜਾਂ ਵੱਖਰੀ ਵਿਚਾਰਧਾਰਾ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਜਾਂ ਇੱਕ ਸੰਵਾਦ ਦਾ ਸਿਲਸਿਲਾ ਨਹੀਂ ਉਹਨਾਂ ਨਾਲ ਜਿਹੜਾ ਬਣਾਇਆ ਜਾਂਦਾ ਜਾਂ ਰਚਿਆ ਜਾਂਦਾ। ਸੋ ਇਸ ਗੱਲ ਨੇ ਖਤਮ ਨਹੀਂ ਹੋਣਾ। ਤੁਸੀਂ ਦੇਸ਼ ਧਰੋਹੀ ਕਹਿ ਕੇ ਪਰਚੇ ਦਿੰਦੇ ਰਹੋਗੇ, ਫਿਰ ਵੀ ਅਗਲੀ ਜਨਰੇਸ਼ਨ ਪੈਦਾ ਹੋਊਗੀ, ਡਰ ਪੈਦਾ ਕਰੋਗੇ, ਪਰ ਡਰ ਬਾਹਲਾ ਦੇਰ ਲੋਕਾਂ 'ਚ ਪੈਦਾ ਨਹੀਂ ਕੀਤਾ ਜਾ ਸਕਦਾ ਹੁੰਦਾ। ਕਿਤੇ ਨਾ ਕਿਤੇ ਜਾ ਕੇ ਉਹ ਚਿਣਗ, ਕਿਤੇ ਨਾ ਕਿਤੇ ਜਾ ਕੇ ਜਿਹੜੀ ਇਹ ਇੱਕ ਰਿਬੈਲੀਅਨ ਇਨਸਟਿੰਕਟ ਆ, ਆਪਦੇ ਆਪ ਨੂੰ, ਆਪਦੀ ਹੋਂਦ ਨੂੰ ਬਚਾਉਣ ਵਾਸਤੇ ਜਾਂ ਆਪਦੇ ਹੱਕਾਂ ਦੇ ਲਈ ਜਿਹੜੀ ਲੜਾਈ ਹੁੰਦੀ ਆ, ਉਹ ਫਿਰ ਉੱਠਿਆ ਆਉਂਦੀ ਆ ਤੇ ਉਹਨੇ ਉੱਠਣਾ ਹੀ ਉੱਠਣਾ। ਔਰ ਸਪੈਸ਼ਲੀ ਪੰਜਾਬੀ ਕੌਮ 'ਚ ਤਾਂ ਜਮਾ ਹੀ ਉੱਠਣਾ ਉਸ ਗੱਲ ਨੇ। ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਸੀ ਵੀ ਸਾਡੀਆਂ ਸਮੱਸਿਆਵਾਂ, ਸਾਡੇ ਪੰਜਾਬ ਦੀਆਂ ਸਮੱਸਿਆਵਾਂ, ਸਾਡੀ ਕੌਮ ਦੀਆਂ ਸਮੱਸਿਆਵਾਂ, ਪੰਜਾਬੀਆਂ ਦੀਆਂ ਸਮੱਸਿਆਵਾਂ, ਉਹ ਕਿਸੇ ਹਾਲਾਤ ਦੇ ਕਰਕੇ ਪੈਦਾ ਹੋਈਆਂ। ਹੁਣ ਜਿਹੜੇ ਉਹ ਹਾਲਾਤ ਆ, ਉਹਦੇ 'ਚ ਸਾਡੇ ਨਾਲ ਬੇਇਨਸਾਫੀਆਂ ਹੋਈਆਂ। ਬੇਇਨਸਾਫੀਆਂ ਨੂੰ ਤੁਸੀਂ ਡਾਇਗਨੋਸ ਤਾਂ ਕਰੋ, ਐਨਾਲਾਈਜ਼ ਤਾਂ ਕਰੋ। ਤੁਸੀਂ ਇਸ ਦੇਸ਼ 'ਚ ਇੱਕ ਸਿਸਟਮ ਚੱਲਦਾ ਜਿਹਨੂੰ ਕਿ ਲੋਕਤੰਤਰ ਦੇ ਅਧੀਨ ਤੁਸੀਂ ਚਲਾਉਣੇ ਹੋ। ਜੇ ਤੁਸੀਂ ਉਸ ਸਿਸਟਮ ਨੂੰ ਲੋਕਤੰਤਰ ਜਾਂ ਡੈਮੋਕ੍ਰੈਟਿਕ ਸਿਸਟਮ ਕਹਿੰਦੇ ਹੋ, ਤਾਂ ਇਸ ਦੇਸ਼ ਦੀ ਕੋਈ ਵੀ ਮਾਈਨੋਰਿਟੀ ਇਸ ਗੱਲ 'ਚ ਵਿਸ਼ਵਾਸ ਨਹੀਂ ਰੱਖਦੀ ਵੀ ਇਹ ਡੈਮੋਕ੍ਰੈਟਿਕ ਸਿਸਟਮ ਆ, ਕਿਉਂਕਿ ਮਾਈਨੋਰਿਟੀਜ਼ ਨੂੰ ਇਹ ਲੱਗਦਾ ਵੀ ਇਹ ਡੈਮੋਕ੍ਰੈਟਿਕ ਸਿਸਟਮ ਨਹੀਂ ਆ, ਇਹ ਕੈਪੀਟਲਿਸਟਿਕ ਸੁਸਾਇਟੀ ਆ। ਇੱਥੇ ਕੁਛ ਕੁ ਚੁਣਿੰਦਾ ਜਿਹੜੇ ਲੋਕ ਆ ਇਸ ਦੇਸ਼ ਦੇ, ਇੱਕ ਕੈਪੀਟਲਿਸਟਿਕ ਲੋਕ ਆ ਜਿਨ੍ਹਾਂ ਕੋਲੇ ਜਿਹੜੇ ਪੂੰਜੀ ਬਹੁਤ ਜ਼ਿਆਦਾ, ਉਹਨਾਂ ਕੋਲੇ ਪੂੰਜੀਵਾਦ ਆ। ਸੋ ਉਹ ਆਪਦੇ ਢੰਗ ਨਾਲ, ਚਾਹੇ ਕੌਨਸਟੀਟਿਊਸ਼ਨ ਹੋਵੇ, ਚਾਹੇ ਕੋਈ ਪੋਲੀਟੀਕਲ ਪਾਰਟੀ ਹੋਵੇ, ਉੱਥੇ ਜਿਹੜੀਆਂ ਪੋਲਿਸੀਜ਼ ਬਣਦੀਆਂ ਉਹਨਾਂ ਨੂੰ ਇਨਫਲੂਐਂਸ ਕਰਦੇ ਆ ਤੇ ਸਾਰਾ ਸਿਸਟਮ ਜਾਂ ਸਾਰਾ ਜਿਹੜਾ ਵਰਤਾਰਾ ਉਸ ਅਕੋਰਡਿੰਗਲੀ ਉਹਨਾਂ ਦੇ ਇੰਟਰਸਟ 'ਚ, ਉਹਨਾਂ ਦੇ ਹਿੱਤਾਂ 'ਚ ਰਨ ਕਰਦਾ। ਕਿਉਂਕਿ ਜੇ ਇਹ ਲੋਕਤੰਤਰਿਕ ਹੁੰਦਾ ਤਾਂ ਕੋਈ ਵੀ ਮਾਈਨੋਰਿਟੀ ਨੇ ਕਦੇ ਇਨਸਿਕਿਉਰ ਫੀਲ ਕਰਨਾ ਹੀ ਨਹੀਂ ਸੀ। ਚਾਰੇ ਪਾਸੇ ਜਿੱਥੇ ਜਿੱਥੇ ਕੋਈ ਮਾਈਨੋਰਿਟੀ ਬੈਠੀ ਹੈ, ਤੁਹਾਨੂੰ ਐਗਜ਼ਾਮਪਲਸ ਤੁਹਾਡੇ ਸਾਹਮਣੇ ਆ, ਉਹ ਇਨਸਿਕਿਉਰ ਫੀਲ ਇਸੇ ਕਰਕੇ ਕਰਦੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਉਹਨਾਂ ਦੇ ਹਿੱਤਾਂ ਦੀ ਗੱਲ ਨਹੀਂ ਕੀਤੀ ਜਾਂਦੀ। ਸੋ ਜਦੋਂ ਤੁਸੀਂ ਕਿਸੇ ਮਾਈਨੋਰਿਟੀ ਨੂੰ, ਜਦੋਂ ਤੁਸੀਂ ਵਿਲੱਖਣਤਾ ਦੀ ਗੱਲ ਕਰਦੇ ਹੋ, ਜਦੋਂ ਤੁਸੀਂ ਡਾਇਵਰਸਿਟੀ ਦੀ ਗੱਲ ਕਰਦੇ ਹੋ, ਜੇ ਕਲਚਰਲ ਡਾਇਵਰਸਿਟੀ ਨੂੰ ਐਕਸੈਪਟ ਨਹੀਂ ਕਰੋਗੇ, ਉਸ ਕਲਚਰਲ ਡਾਇਵਰਸਿਟੀ ਨੂੰ ਤੁਸੀਂ ਅਸਿਮੀਲੇਟ ਕਰਕੇ ਉਸੇ ਸਿਸਟਮ 'ਚ, ਉਸੇ
ਵਰਤਾਰੇ 'ਚ ਮਿਲਾਉਣ ਦੀ ਕੋਸ਼ਿਸ਼ ਕਰੋਗੇ ਤਾਂ ਲੋਕ ਉੱਠਣਗੇ, ਲੋਕਾਂ ਨੇ ਆਪਦੀ ਆਵਾਜ਼ ਵੀ ਉਠਾਉਣੀ ਆ। ਤੇ ਸਾਨੂੰ ਇਹ ਗੱਲ ਸਾਡੇ ਇਤਿਹਾਸ ਤੋਂ ਹੁਣ ਤੱਕ ਮਿਲਦੀ ਆਈ ਆ ਤੇ ਇਹਨੂੰ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਇਹ ਗੱਲ ਤੁਸੀਂ ਦੇਖੋ, ਸਾਡੇ ਦੇਸ਼ 'ਚ ਨੈਸ਼ਨਲ ਲੈਵਲ ਤੇ ਦੋ ਪਾਰਟੀਆਂ ਆ, ਇੱਕ ਆ ਕਾਂਗਰਸ, ਇੱਕ ਆ ਬੀਜੇਪੀ। ਇੱਕ ਜਿਹੜੀ ਕਾਂਗਰਸ ਆ ਉਹ ਇਸ ਦੇਸ਼ ਦੀ ਮੈਜੋਰਿਟੀ ਨੂੰ ਰਿਪਰੈਜ਼ੈਂਟ ਕਰਦੀ ਆ, ਉਸ ਮੈਜੋਰਿਟੀ ਨੂੰ ਰਿਪਰੈਜ਼ੈਂਟ ਕਰਦੀ ਆ ਜਿਹਨੂੰ ਸੈਕੂਲਰ ਹਿੰਦੂਵਾਦ ਕਿਹਾ ਜਾ ਸਕਦਾ। ਉਹ ਥੋੜ੍ਹੇ ਸੈਕੂਲਰ ਲੋਕ ਆ, ਉਹਨਾਂ ਨੂੰ ਐਂ ਲੱਗਦਾ ਵੀ ਇੰਨਾ ਧੱਕਾ ਨਾ ਕਰੋ, ਕੋਈ ਨਹੀਂ ਆਪਾਂ ਆਰਾਮ ਨਾਲ ਚੱਲੋ। ਪਰ ਉਹਨਾਂ ਦੀ ਜਿਹੜੀ ਵਿਚਾਰਧਾਰਾ ਉਹ ਉਸੇ ਮੈਜੋਰਿਟੀ ਨੂੰ ਹੀ ਰਿਪਰੈਜ਼ੈਂਟ ਕਰਦੀ ਆ। ਮੈਜੋਰਿਟੀ ਇਸ ਦੇਸ਼ 'ਚ ਹਿੰਦੂ ਜਮਾਤ ਆ ਜਿਹੜੀ ਉਸ ਦੀ ਆ। ਅਸੀਂ ਇਹ ਮੰਨਦੇ ਹਾਂ ਉਹ ਸਾਡੇ ਭਰਾ ਹੀ ਆ, ਅਸੀਂ ਕਦੇ ਵੱਖਵਾਦ ਦੀ ਗੱਲ ਨਹੀਂ ਕਰ ਰਹੇ। ਪਰ ਇਨ ਦੀ ਐਂਡ ਆਫ ਦਾ ਡੇ ਜਿਹੜੀ ਪੂੰਜੀਵਾਦੀਆਂ ਕੈਪੀਟਲਿਸਟਿਕ ਸੋਸਾਇਟੀ ਦੀ ਜਾਂ ਇੱਕ ਪਰਿਵਾਰਵਾਦ ਦੀ ਗੱਲ ਕਰਦੇ ਆ, ਉਹ ਸਾਨੂੰ ਸਾਰਿਆਂ ਨੂੰ ਪਤਾ ਜਿਹੜੀ ਕਾਂਗਰਸ ਪਾਰਟੀ ਆ ਉਹ ਖੜੀ ਹੀ ਇੱਕ ਫੈਮਿਲੀ ਡਾਇਨੈਸਟੀ ਤੇ ਆ, ਇੱਕ ਪਰਿਵਾਰਵਾਦ ਤੇ ਖੜੀ ਆ ਤੇ ਉੱਥੋਂ ਹੀ ਸਾਰਾ ਵਰਤਾਰਾ ਚੱਲਦਾ। ਔਰ ਉਹ ਜਿਹੜੀ ਫੈਮਿਲੀ ਡਾਇਨੈਸਟੀ ਆ ਉਹਨਾਂ ਨੂੰ, ਚਾਹੇ ਉਹ ਸ਼੍ਰੀਮਤੀ ਇੰਦਰਾ ਗਾਂਧੀ ਹੋਣ, ਚਾਹੇ ਰਾਜੀਵ ਗਾਂਧੀ ਹੋਣ, ਚਾਹੇ ਹੁਣ ਵਾਲਾ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਲੀਡਰ ਆ, ਉਹਨਾਂ ਨੂੰ ਇਹ ਲੱਗਦਾ ਵੀ ਇਹ ਇੱਕ ਸੁਪੀਰੀਅਰ ਲੋਕ ਆ, ਇਹ ਜਿਹੜੇ ਰੱਬ ਨੇ ਕੋਈ ਖਾਸ ਲੋਕ ਪੈਦਾ ਕੀਤੇ ਹੋਏ, ਇਹਨਾਂ ਦੇ ਉੱਤੇ ਕੋਈ ਸੁਪੀਰੀਅਰ ਹੋ ਨਹੀਂ ਸਕਦਾ। ਸੋ ਇਹ ਜਿਹੜਾ ਸੈਕੂਲਰ ਹਿੰਦੂਵਾਦ ਦੀ ਅਪਰੋਚ ਹੈ ਇਹ ਬਹੁਤ ਖਤਰਨਾਕ ਆ। ਮਾਈਨੋਰਿਟੀ ਇਹਦੇ ਲਈ ਬੜਾ ਇਨਸਿਕਿਉਰ ਫੀਲ ਕਰਦੀ ਹੈ ਇਸ ਵਿਚਾਰਧਾਰਾ ਤੋਂ। ਦੂਜੇ ਪਾਸੇ ਨਾउ ਮੂਵਿੰਗ ਟੂ ਆਰ ਨੈਕਸਟ ਰਿਪੋਰਟ ਜੋ ਕਿ ਜੁੜੀ ਹੈ ਸਿੱਧੂ ਮੂਸੇਵਾਲਾ ਦੇ ਨਾਲ। ਜੀ ਹਾਂ, ਹਾਲ ਹੀ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਖਿਲਾਫ ਛੋਟੇ ਬੱਚਿਆਂ ਨੇ ਕੀਤਾ ਹੈ ਪ੍ਰਦਰਸ਼ਨ। ਕੀ ਹੈ ਪੂਰੀ ਗੱਲ, ਆਓ ਦੇਖਦੇ ਹਾਂ ਇਸ ਰਿਪੋਰਟ ਦੇ ਵਿੱਚ। आए दिन नवे तो नवे गीत कट के कहंदा वा कि जट रफड़ा चलाउंदा वा, जट हथियारां नाल प्यार करदा वा। पर ओनू असीं ये दसना चाहुंदे आ अज जे जट दा हथियार ते ओ केवल ते केवल तरंगली आ। अज जट ओ हथियारां वाला जट ना पेश कीता जावे, अज किसान ओ पेश कीता जावे जेड़ा फाहे लग रिहा वा। इस लई असीं सिद्धू मूसेवाले दे आने वाले समय के भी इस तरीके ही जिन्ना चਿਰ उत्ते कार्रवाई नहीं होंगी उन्ना चਿਰ इस तरीके विरोध करते रहेंगे। क्योंकि अज जो सिद्धू मूसेवाला ये गल कह रहा वा भी जट जो रफड़ा चला वा, फिर उन्हें दूजी गल ये कि उन्हें लाइव हो के फेसबुक से या सोशल वेबसाइट से लाइव हो के गल कही आ कि जेडे मीडिया वाले आ इन्हां दा मैं जुल्ली बिस्तरा गोल कर दूंगा या होर कई ਜਿਹੜੀਆਂ ਮਾੜੀਆਂ ਸ਼ਬਦਾਵਲੀਆਂ ਉਹਨੇ ਵਰਤੀਆਂ ਵਾ। ਉਹਨੂੰ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਮੂਸੇ ਵਾਲਿਆ ਹੁਣ ਪੰਜਾਬ ਦੇ ਸਟੂਡੈਂਟ ਜਾਗ ਪਏ ਆ, ਹੁਣ ਪੰਜਾਬ ਦੇ ਲੋਕ ਜਾਗ ਪਏ ਆ। ਤੁਹਾਡੇ ਵਰਗੀ ਲੱਚਰ ਗਾਇਕੀ ਦੇ ਅਸੀਂ ਪੰਜਾਬ 'ਚ ਪੈਰ ਨਹੀਂ ਲੱਗਣ ਦਿਆਂਗੇ। ਇਸ ਲਈ ਜੇ ਤੈਨੂੰ ਇੰਨਾ ਜ਼ਿਆਦਾ ਸ਼ੌਂਕ ਆ ਤੇ ਬਾਰਡਰ ਤੇ ਜਾ ਕੇ ਉਹਨਾਂ ਸੈਨਿਕ ਜਿਵੇਂ ਸਾਡੇ ਲੜਦੇ ਆ ਬਹਾਦਰੀ ਨਾਲ ਉਵੇਂ ਲੜ। ਜੇ ਤੈਨੂੰ ਜ਼ਿਆਦਾ ਸ਼ੌਂਕ ਆ ਗੋਲੀਆਂ ਚਲਾਉਣ ਦਾ, ਹਥਿਆਰ ਚਲਾਉਣ ਦਾ। ਇਸ ਲਈ ਸਾਥੀਓ ਅੱਜ ਜਿਹੜਾ ਅਸੀਂ ਇੱਥੇ ਸਾਰੇ ਇਕੱਠੇ ਹੋ ਕੇ ਆਏ ਹਾਂ ਤੇ ਇੱਥੇ ਦਾ ਪੁਤਲਾ ਫੂਕਿਆ ਸੀ ਤੇ ਇਸੇ ਪ੍ਰਕਾਰ ਹੀ ਅਸੀਂ ਸਿੱਧੂ ਮੂਸੇਵਾਲੇ ਦਾ ਆਏ ਦਿਨ ਜਿਹੜਾ ਵਿਰੋਧ ਕਰਦੇ ਰਵਾਂਗੇ ਜਿੰਨਾ ਚਿਰ ਉੱਤੇ ਕਾਰਵਾਈ ਨਹੀਂ ਹੁੰਦੀ। ਇਸ ਲਈ ਸਾਥੀਓ ਆਪਾਂ ਇਹ ਸਿੱਧੂ ਮੂਸੇਵਾਲੇ ਦਾ ਉਹਨਾਂ ਚਿਰ ਵਿਰੋਧ ਕਰਦੇ ਰਹਿਣਾ ਜਿੰਨਾ ਚਿਰ ਇੱਥੇ ਕਾਰਵਾਈ ਨਹੀਂ ਹੁੰਦੀ। ਇਨਕਲਾਬ ਜਿੰਦਾਬਾਦ, ਜੂਆ ਜੁੰਟੀ ਜਿੰਦਾਬਾਦ, ਜੂਆ ਜੁੰਟੀ ਜਿੰਦਾਬਾਦ। ਸਿੱਧੂ ਮੂਸੇਵਾਲੇ ਦਾ ਬੇੜਾ
ਹੀ ਗਰਕ ਸਿੱਧੂ ਮੂਸੇਵਾਲੇ ਦਾ ਬੇੜਾ ਹੀ ਗਰਕ ਲੋਕਾਂ ਦੇ ਖਿਲਾਫ ਜੱਟ ਵੀਰਾਂ ਦੇ ਕਿਸਾਨ ਵੀਰਾਂ ਦੇ ਖਿਲਾਫ ਗਾਣੇ ਗਾਉਣ ਵਾਲੇ ਮੂਸੇਵਾਲੇ ਦਾ ਬੇੜਾ ਹੀ ਗਰਕ ਲੱਚਰ ਗਾਇਕੀ ਗਾਉਣ ਵਾਲੇ ਸਿੱਧੂ ਮੂਸੇਵਾਲੇ ਦਾ ਬੇੜਾ ਹੀ ਗਰਕ ਕੌਣ ਮੋਇਆ ਮੂਸੇਵਾਲਾ ਮੋਇਆ ਕੌਣ ਮੋਇਆ ਮੂਸੇਵਾਲਾ ਮੋਇਆ ਕੌਣ ਮੋਇਆ ਮੂਸੇਵਾਲਾ ਮੋਇਆ ਕੌਣ ਮੋਇਆ ਮੂਸੇਵਾਲਾ ਮੋਇਆ ਸਾਰੇ ਪਿੱਟੋ ਮੂਸੇਵਾਲਾ ਮੋਇਆ ਸਾਰੇ ਪਿੱਟੋ ਮੂਸੇਵਾਲਾ ਮੋਇਆ ਹਾਏ 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 ਮੂਸੇਵਾਲਾ ਹਾਏ 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 ਕੌਣ ਮੋਇਆ ਮੂਸੇਵਾਲਾ ਮੋਇਆ ਕੌਣ ਮੋਇਆ ਮੂਸੇਵਾਲਾ ਮੂਸੇਵਾਲਾ ਜੋ ਗਾਵੇ ਲੱਚਰ ਗਾਇਕੀ ਉਹਦਾ ਬੇੜਾ ਹੀ ਗਰਕ ਬੇੜਾ ਹੀ ਗਰਕ ਪੰਜਾਬ ਸਟੂਡੈਂਟ ਫੈਡਰੇਸ਼ਨ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਅਗਲੀ ਖਬਰ ਜੁੜੀ ਹੈ ਬਾਲੀਵੁੱਡ ਦੇ ਨਾਲ। ਜੀ ਹਾਂ, ਰਾਖੀ ਸਾਵੰਤ ਬਾਲੀਵੁੱਡ ਦਾ ਅਜਿਹਾ ਨਾਮ ਹੈ ਜੋ ਕੁਝ ਵੀ ਕਹੇ ਉਹ ਸੈਂਸੇਸ਼ਨ ਬਣ ਜਾਂਦਾ ਹੈ। ਹਾਲ ਦੇ ਵਿੱਚ ਰਾਖੀ ਸਾਵੰਤ ਨੇ ਫੈਨ ਨੂੰ ਕਸੂਰਵਾਰ ਠਹਿਰਾਇਆ ਹੈ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦਾ। ਕੀ ਹੈ ਪੂਰੀ ਗੱਲ ਔਰ ਕੀ ਹੈ ਪੂਰਾ ਮਾਮਲਾ, ਆਓ देखते हैं वीडियो ਦੇ ਵਿੱਚ। कितनी बार मैंने बोला जब बालिका वधू की हीरोइन मेरी फ्रेंड पंखे से लटक गई थी, याद है आपको कुछ? मैं फैन लेके आई थी, मोदी जी पूरी दुनिया से गुहार लगाया था, मैंने कहा था कि ये फैन को बैन करो, समझ में आया, बोला था मैंने फैन को बैन करो। गई ना हमारे सुशांत की जान, किसके कारण गई? इसका जिम्मेदार कौन है? सिर्फ ये पंखा जिम्मेदार है ना? बोला था मैंने एसी में रहो, बोला था मैंने एसी में रहो, फैन को बैन करो, बोला था मैंने फैन को बैन करो। याद है आपको मेरा वीडियो? याद है कि नहीं? अभी भी मैं कहती हूं, अभी भी बहुत सारे सुपरस्टार्स जो है या बहुत टेंशन में हैं, कुछ भी हो सकता है। मोदी जी आप गिनवाइए मुझे कितने सेलिब्रिटीज, कितने लोग अभी भी सीरियस हो जाओ, इस पंखे को निकाल के फेंक दो। मैं कहती हूं पंखे को निकाल के फेंक दो, पंखे को निकाल के फेंक दो। एसी लगाओ घर में, एसी लगाओ, वरना हमारे बॉलीवुड सेलिब्रिटी में ऐसा होता है कभी कभी कि अगर कभी कभी काम नहीं होता डिप्रेस हो जाए। हर कोई मेरी तरह नहीं होता, कभी कभी मेरे पास काम नहीं होता है लेकिन मैं मस्त रहती हूँ। लेकिन कुछ लोग डिप्रेस हो जाते हैं, कोई गर्लफ्रेंड धोखा दे देता है, कभी लोन आ जाता है, कभी काम नहीं होता है, तो किसी को जहर कुछ नहीं दिखाई देता है, सिर्फ ये फैन है। अरे फैन सिर्फ हवा लेने के लिए होता है, हवा अंदर जाएगी जिंदगी अच्छी होगी, फैन लटकने के लिए नहीं है। ये फैन इतना वजन कैसे ले लेता है? I want to know। मैं भूख हड़ताल अब कर दूंगी, कोरोना खत्म होते। मैं तो कोरोना क्यों, मैं तो अभी से शुरू हो जाती हूँ। अब जब तक मैं खाना नहीं खाऊंगी तब तक ये फैन बैन नहीं होंगे। फैन को बैन करो मोदी जी, मोदी जी आप फैन को बैन करें, ना रहेगा बास ना बजेगी बांसुरी। आई लव माई बॉलीवुड, आई लव माई ऑल माई सेलिब्रिटी फ्रेंड्स, आई लव माई इंडिया। ये लोग लटक जाते हैं, इनके सटक जाती है, फिर ये लटक जाते हैं और फिर मरने के बाद भी ये लटकते रहते हैं, ये ऊपर नहीं जाते। फैन अभी के अभी बंद करो, वरना पूरी देश की जनता को मैं कहती हूँ आप भूख हड़ताल पे आ जाओ, आप आंदोलन करो, फैन बैन करो, फटाफट फैन बैन होने चाहिए। ਇਸ ਬੁਲੇਟਿਨ ਦੀ ਆਖਰੀ ਖਬਰ ਜੁੜੀ ਹੈ ਸ਼ਹਿਨਾਜ਼ ਕੌਰ ਗਿੱਲ ਦੇ ਨਾਲ। ਜੀ ਹਾਂ, ਸ਼ਹਿਨਾਜ਼ ਕੌਰ ਗਿੱਲ ਪਿਛਲੇ ਦਿਨੀ ਆਪਣੇ ਸੋਸ਼ਲ ਹੈਂਡਲ ਉੱਤੇ ਲਾਈਵ ਹੋਈ, ਜਿੱਥੇ ਉਹਨਾਂ ਨੇ ਆਪਣੇ ਫੈਨਸ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ। ਉੱਥੇ ਹੀ ਸ਼ਹਿਨਾਜ਼ ਕੌਰ ਗਿੱਲ ਨੇ ਜ਼ਿਕਰ ਕੀਤਾ ਸੁਸ਼ਾਂਤ ਸਿੰਘ ਰਾਜਪੂਤ ਦਾ। ਸੁਸ਼ਾਂਤ ਸਿੰਘ ਰਾਜਪੂਤ ਦੀ ਗੱਲ ਕਰਦਿਆਂ ਸ਼ਹਿਨਾਜ਼ ਕੌਰ ਗਿੱਲ ਭਾਵੁਕ ਵੀ ਹੋਈ। ਹੋਰ ਕੀ ਕਿਹਾ ਸ਼ਹਿਨਾਜ਼ ਨੇ ਸੁਸ਼ਾंत सिंह राजपूत बारे, आओ देखते हैं। कुछ भी बोलते हैं, कुछ भी, तो ऐसे सभी प्रॉब्लम में है, बट क्या कर सकते हैं। पता नहीं, सब ने ही चले जाना है, लाइफ
बहुत शॉर्ट है। मुझे लगता है कि हमें मतलब खुद नहीं जाना चाहिए, जब आएगी तभी जाना चाहिए। तो जितनी हमारी लाइफ है उतनी हमें जी लेनी चाहिए, दुख हो सुख हो, क्योंकि इतना नाम कमाना बाद में चले जाना नहीं अच्छा लगता। और उनकी तो उम्र बहुत छोटी थी, और मतलब मेरे को लाइक सीरियसली उनका, मैं ना मिली कभी ना, मैंने कभी उनको ऐसे देखा, मैंने उनकी सच्ची मूवीज भी नहीं देखी थी कभी, बट मुझे इतना दुख लगा कि लाइक मैं खुद नहीं जाना चाहिए था। मेरे को बहुत दुख लगा, बहुत ज्यादा। एंड वो बहुत मतलब कहते ना राइजिंग स्टार, और बहुत अभी बहुत बड़े होना था बहुत ज्यादा, बट किस्मत, कुछ नहीं कर सकते। और सॉरी अगर मैंने मतलब फ्लो में कुछ ज़्यादा बोल दिया हो, क्योंकि मेरे को ज़्यादा नॉलेज नहीं है जिस चीज़ की, और जितना सबको ही दुख है उस चीज़ का, और आई थिंक सबको ही A to Z दुनिया में, क्योंकि वो बात ही बहुत बड़ी है, बट कर नहीं सकते कुछ भी। ओके, ऑस्ट्रेलिया आ जाओ। मुंबई में कैसा लग रहा है? मुंबई में बहुत सारे सपने हैं मुंबई में लेकर, मतलब मौका मिला ऐसे ही, तो मैं चाहती हूँ कि मैं अपने सपने पूरे करके जाऊं और खुश रहूं, जितने में भी रहूं खुश रहूं, और बस मतलब कुछ गलत ना हो, अच्छा हो, जितना भी मिले अच्छा ही मिले, ज्यादा भी ना मिले कम भी ना मिले, ਲਿਮਿਟ में ਮਿਲੇ। ਜਗਬਾਣੀ ਦੇ ਐਂਟਰਟੇਨਮੈਂਟ ਦੋਸਤ ਦੇ ਵਿੱਚ ਅੱਜ ਲਈ ਬਸ ਇੰਨਾ ਹੀ। ਕੱਲ ਨੂੰ ਫਿਰ ਹਾਜ਼ਰ ਹੋਵਾਂਗੇ ਕੁਝ ਚਟਪਟੀਆਂ ਖਬਰਾਂ ਦੇ ਨਾਲ। ਉਦੋਂ ਤੱਕ ਤੁਸੀਂ ਦੇਸ਼ ਔਰ ਦੁਨੀਆ ਦੀ ਹਰ ਤਾਜ਼ਾ ਖਬਰ ਦੇ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ।